ਜੀ ਮਾਈਕਰੋਸਾਫਟ ਵਰਡ ਖੋਲ੍ਹਿਆ, ਕੁਝ ਲਿਸਟ ਬਣਾਉਣ ਨੂੰ ਕਹਿ ਰਿਹਾ। ਅਸੀਂ ਉਸ ਲਿਸਟ ਨੂੰ ਯੂਨੀਕੋਡ ਦੇ ਵਿੱਚ ਟਾਈਪ ਕਰਨਾ ਹੈ। ਯੂਨੀਕੋਡ ਦੇ ਵਿੱਚ ਟਾਈਪ ਕਰਨ ਤੋਂ ਬਾਅਦ ਉਸ ਨੂੰ ਅਸੀਂ ਸੌਰਟ ਕਰਨਾ ਹੈ ਔਰ ਇਸ ਚੀਜ਼ ਨੂੰ ਐਗਜ਼ਾਮਿਨ ਕਰਨਾ ਹੈ ਕਿ ਯੂਨੀਕੋਡ ਰਾਵੀ ਦੇ ਵਿੱਚ ਟਾਈਪ ਕੀਤੇ ਹੋਏ ਮੈਟਰ ਨੂੰ ਅੰਗਰੇਜ਼ੀ ਦੇ ਵਾਂਗ ਅਸੀਂ ਸੌਰਟ ਵੀ ਕਰ ਸਕਦੇ ਹਾਂ। ਔਰ ਤੁਸੀਂ ਦੇਖੋਗੇ ਬੜੇ ਹੈਰਾਨ ਹੋਵੋਗੇ ਕਿ ਸੌਰਟਿੰਗ ਬਿਲਕੁਲ ਐਗਜ਼ੈਕਟ ਐਕੂਰੇਟ ਹੁੰਦੀ ਹੈ, ਜਿਵੇਂ ਡਿਕਸ਼ਨਰੀ ਦੇ ਵਿੱਚ ਅਸੀਂ ਅੱਖਰ ਕ੍ਰਮ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ। ਮੈਂ ਪਹਿਲਾਂ ਪੰਜਾਬੀ ਦਾ ਕੀਬੋਰਡ ਚਲਾਵਾਂਗਾ, ਆਲਟ ਸ਼ਿਫਟ ਦਬ ਕੇ ਪੰਜਾਬੀ ਦਾ ਕੀਬੋਰਡ ਔਨ ਹੋ ਗਿਆ। ਇੱਥੇ ਮੈਂ ਲਿਖਿਆ ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਇਸ ਸਾਨੂੰ ਆਪਣੀ ਭਾਸ਼ਾ 'ਤੇ ਬਹੁਤ ਮਾਣ ਹੈ। ਸੋ ਜਿਸ ਤਰ੍ਹਾਂ ਦੀ ਸਪੀਡ ਸੀ ਮੇਰੀ, ਮੈਂ ਫਟਾਫਟ ਇਹਨੂੰ ਕਰ ਦਿੱਤਾ। ਇਹਨੂੰ ਮੈਂ ਸ਼ਬਦਾਂ ਨੂੰ ਅੱਖਰਾਂ ਦੇ ਵਿੱਚ ਕਨਵਰਟ ਕਰ ਲੈਂਦਾ। ਠੀਕ ਹੈ ਜੀ, ਸ਼ਬਦਾਂ ਨੂੰ ਇਹਨੂੰ ਸਪਲਿਟ ਕਰਕੇ ਕਨਵਰਟ ਕਰ ਲਿਆ। ਤੋ ਕਨਵਰਟ ਕਰਨ ਲਈ ਸਿੰਪਲ ਮੈਂ ਕਮਾਂਡ ਲਈ ਹੈ, ਤੋ ਉਹਦੇ ਵਿੱਚ ਇਹ ਕਨਵਰਟ ਹੋ ਗਿਆ ਸਾਰੇ ਸ਼ਬਦ। ਤੁਸੀਂ ਇਹਨੂੰ ਮੈਨੂਅਲੀ ਵੀ ਕਰ ਸਕਦੇ ਹੋ। ਸੋ ਮੈਂ ਪੈਰਾਗ੍ਰਾਫ ਦੇ ਵਿੱਚ ਜਾ ਕੇ ਇਹਦੇ ਵਿੱਚ ਜਿਹੜੀ ਸਪੇਸਿੰਗ ਹੈ ਉਹ ਘਟਾ ਦਿੰਦਾ ਅਤੇ ਸਿੰਗਲ ਕਰਕੇ ਅੱਖਰ ਸਾਰੇ ਨੇੜੇ ਨੇੜੇ ਆ ਗਏ, ਮੈਨੂੰ ਇੱਥੇ ਨਜ਼ਰ ਆ ਰਿਹਾ। ਠੀਕ ਹੈ ਜੀ। ਔਰ ਫੌਂਟ ਦਾ ਸਾਈਜ਼ ਮੈਂ ਵੱਡਾ ਕਰਤਾ, ਫੌਂਟ ਸਾਈਜ਼ ਵੱਡਾ। ਲਓ ਜੀ। ਸੋ ਇਹ ਸੀਗਾ ਕਿ ਅਸੀਂ ਕੁਛ ਸੂਚੀ ਜਿਹੜੀ ਹੈ ਸ਼ਬਦਾਂ ਦੀ ਲਿਸਟ ਹੈ ਉਸ ਨੂੰ ਯੂਨੀਕੋਡ ਵਿੱਚ ਟਾਈਪ ਕੀਤਾ ਹੈ। ਔਰ ਐਕਸਰਸਾਈਜ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦਿਖਾ ਦਿਆਂ ਕਿ ਯੂਨੀਕੋਡ ਦੇ ਵਿੱਚ ਟਾਈਪ ਕਰਨ ਦੇ ਕਿੰਨੇ ਹੀ ਫਾਇਦੇ ਨੇ। ਮੰਨ ਲਵੋ ਤੁਸੀਂ ਇੱਥੇ ਕੋਈ ਪੈਰਾਗ੍ਰਾਫ ਹੈ ਤੁਹਾਡਾ ਔਰ ਅੰਗਰੇਜ਼ੀ ਦਾ ਪੈਰਾਗ੍ਰਾਫ ਹੈ, ਮੈਂ ਇੱਥੇ RAND ਕੱਲ ਤਰ੍ਹਾਂ ਲਿਖਿਆ ਔਰ ਐਂਟਰ ਮਾਰਤਾ ਤਾਂ ਪੂਰਾ ਪੈਰਾਗ੍ਰਾਫ ਸਾਡੇ ਕੋਲ ਟਾਈਪ ਹੋ ਗਿਆ। ਔਰ ਤੁਸੀਂ ਦੇਖੋ ਕਿ ਕੈਲੀਵਰੀ ਫਾਉਂਟ ਆ ਰਿਹਾ, ਉੱਤੇ ਰਾਵੀ ਆ ਰਿਹਾ। ਮੈਂ ਇੱਥੇ ਪੰਜਾਬੀ ਦਾ ਕੁਛ ਇੱਕ ਲਾਈਨ ਹੋਰ ਵੀ ਟਾਈਪ ਕਰ ਲੈਣਾ ਪੰਜਾਬੀ ਦੇ ਵਿੱਚ। ਸੋ ਪੰਜਾਬੀ ਭਾਸ਼ਾ ਟਾਈਪ ਕਰ ਰਿਹਾ। ਮੈਂ ਕੀ ਕਰਦਾ, ਤੁਸੀਂ ਇਹ ਜਿਹੜੀ ਦੋ ਲਾਈਨਾਂ ਨੇ ਇਹਨਾਂ ਨੂੰ ਧਿਆਨ ਨਾਲ ਦੇਖੋ, ਇਹ ਰਾਵੀ ਦੇ ਵਿੱਚ ਸਾਨੂੰ ਨਜ਼ਰ ਆ ਰਹੀਆਂ ਨੇ, ਰਾਵੀ ਦੇ ਵਿੱਚ। ਠੀਕ ਹੈ। ਔਰ ਇਹਨਾਂ ਦੋਨਾਂ ਲਾਈਨਾਂ ਨੂੰ ਮੇਰੇ ਇਸ ਫਾਈਲ ਵਿੱਚ ਕੋਈ ਦਿੱਕਤ ਆ ਰਹੀ ਹੈ, ਮੈਂ ਨਵੀਂ ਫਾਈਲ ਦੇ ਵਿੱਚ ਪੇਸਟ ਕਰਕੇ ਤੁਹਾਨੂੰ ਦਿਖਾ ਰਿਹਾ। ਇਹ ਰਾਵੀ ਦੇ ਵਿੱਚ ਜਿਹੜੀਆਂ ਫਾਈਲਸ ਨਜ਼ਰ ਆ ਰਹੀਆਂ ਨੇ ਸਾਨੂੰ, ਇਹਨਾਂ ਦੇ ਉੱਤੇ ਜਦੋਂ ਅਸੀਂ ਫੌਂਟ ਚੇਂਜ ਕਰ ਲੈਂਦੇ ਹਾਂ, ਦੂਜੀ ਲਾਈਨ ਦੇ ਉੱਤੇ ਮੈਂ ਯੂਨੀਕੋਡ ਵਾਲਾ ਕੋਈ ਹੋਰ ਫੌਂਟ ਲਗਾ ਦਿੰਦਾ। ਮੰਨ ਲਓ ਇੱਥੇ ਮੈਂ ਨਿਰਮਲਾ ਫੌਂਟ ਲਗਾ ਦਿੰਦਾ, ਨਿਰਮਲਾ, ਤਾਂ ਤੁਸੀਂ ਦੇਖੋਗੇ ਕਿ ਸਿਰਫ ਸ਼ੇਪ ਦੇ ਵਿੱਚ ਤਬਦੀਲੀ ਆਏਗੀ, ਅੱਖਰ ਨਹੀਂ ਬਦਲਣਗੇ। ਐਂਟਰ ਮਾਰਿਆ ਤੋਂ ਉੱਪਰ ਵਾਲੀ ਲਾਈਨ ਰਾਵੀ ਵਿੱਚ ਹੈ, ਥੱਲੜੀ ਨਿਰਮਲਾ ਦੇ ਵਿੱਚ ਹੈ। ਥੋੜ੍ਹੀ ਜਿਹੀ ਸ਼ੇਪ ਦੇ ਵਿੱਚ ਫਰਕ ਪਿਆ ਹੈ, ਅੱਖਰ ਨਹੀਂ ਬਦਲੇ। ਪਰ ਪੁਰਾਣੇ ਫੌਂਟਾਂ ਦੇ ਵਿੱਚ ਤੁਸੀਂ ਜੇ ਇੱਕ ਫੌਂਟ ਦੇ ਉੱਤੇ ਦੂਜਾ ਫੌਂਟ ਲਾਉਂਦੇ ਸੀ, ਅੱਖਰ ਵੀ ਬਦਲ ਜਾਂਦੇ ਸੀਗੇ। ਇੱਥੇ ਪੰਜਾਬੀ ਦੇ ਯੂਨੀਕੋਡ ਫੌਂਟਾਂ ਨੂੰ ਵਰਤਣ ਦਾ ਫਾਇਦਾ ਇਹ ਹੈ ਕਿ ਤੁਸੀਂ ਕਿਸੇ ਇੱਕ ਫੌਂਟ ਦੇ ਵਿੱਚ ਟਾਈਪ ਕਰੋ, ਬਾਅਦ ਵਿੱਚ ਉਹ ਫੌਂਟ ਤੁਹਾਨੂੰ ਪਸੰਦ ਨਹੀਂ ਹੈ, ਉਹਦੀ ਦਿਖਾਵਟ ਪਸੰਦ ਨਹੀਂ ਹੈ, ਤਾਂ ਕੋਈ ਵੀ ਫੌਂਟ ਜਿਹੜਾ 30-40 ਫੌਂਟ ਯੂਨੀਕੋਡ ਦੇ ਬਣੇ ਨੇ ਉਹਨਾਂ 'ਚ ਕੋਈ ਵੀ ਫੌਂਟ ਲਗਾ ਸਕਦੇ ਹੋ। ਇਸੇ ਤਰ੍ਹਾਂ ਇੱਕ ਮੇਰੇ ਕੋਲ ਫੌਂਟ ਇੱਥੇ ਹੈ ਕੋਹਾਰ ਵਾਲਾ, ਕੋਹਾਰ ਵਾਲਾ ਮੇਰੇ ਕੋਲ ਇਸ ਟਾਈਮ ਨਹੀਂ ਇੰਸਟਾਲ ਹੈ। ਕਲਮ, ਕਲਮ ਮੇਰਾ ਆਪਣਾ ਬਣਾਇਆ ਫੌਂਟ ਹੈ। ਸੋ ਇਹ ਕਲਮ ਫੌਂਟ ਦੀ ਸ਼ੇਪ ਆ ਗਈ। ਇਸੇ ਤਰ੍ਹਾਂ ਇੱਕ ਫੌਂਟ ਹੈ ਸਾਡੇ ਕੋਲ ਸਕਲ ਭਾਰਤੀ, ਦੇਖੋ ਇਹਦੀ ਕਿੰਨੀ ਵਧੀਆ ਸ਼ੇਪ ਹੈ, ਸਕਲ ਭਾਰਤੀ। ਮੇਰੇ ਕੋਲ ਇੱਕ ਫੌਂਟ ਹੈ ਓਅੰਕਾਰ, ਓਅੰਕਾਰ, ਇਹ ਦੇਖੋ ਇਹਦੀ ਸ਼ੇਪ ਦੇਖੋ। ਤਾਂ ਸਿਰਫ ਸ਼ੇਪ ਦੇ ਵਿੱਚ ਤਬਦੀਲੀ ਹੋ ਰਹੀ ਹੈ। ਤਾਂ ਤੁਸੀਂ ਇਹ ਵੇਖ ਕੇ ਹੈਰਾਨ ਹੋ ਗਏ ਹੋਵੋਗੇ ਕਿ ਅਸੀਂ ਹੁਣ ਪੰਜਾਬੀ ਦੇ ਵਿੱਚ ਕੰਮ ਸੇਮ ਉਸੇ ਤਰੀਕੇ ਨਾਲ ਹੀ ਕਰ ਸਕਦੇ ਹਾਂ ਜਿਵੇਂ ਅੰਗਰੇਜ਼ੀ ਦੇ ਵਿੱਚ ਕਰਦੇ ਸੀ। ਅੰਗਰੇਜ਼ੀ ਦੇ ਵਿੱਚ ਫੌਂਟਾਂ ਦਾ ਕੋਈ ਝੰਜਟ ਨਹੀਂ, ਕੋਈ ਫੌਂਟ ਜਿੱਥੇ ਮਰਜ਼ੀ ਲਾਓ, ਸਿਰਫ ਸ਼ੇਪ ਬਦਲਦੀ, ਅੱਖਰ ਨਹੀਂ ਬਦਲਦੇ। ਬਿਲਕੁਲ ਉਹੀ ਇਨਵਾਇਰਮੈਂਟ ਤਾਂ ਯੂਨੀਕੋਡ ਨੇ ਪ੍ਰੋਵਾਈਡ ਕਰਵਾ ਦਿੱਤਾ ਹੈ ਸਾਨੂੰ। ਫਿਰ ਅਸੀਂ ਯੂਨੀਕੋਡ ਤੋਂ ਕਿਉਂ ਭੱਜਦੇ ਹਾਂ, ਇਸ ਗੱਲ ਦੀ ਸਮਝ ਨਹੀਂ ਆ ਰਹੀ। ਸੋ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਕਿਸੇ ਵੀ ਜਿੰਨੇ ਵੀ ਫੌਂਟ ਬਣੇ ਨੇ ਮੇਰੀ ਸੂਚੀ ਦੇ ਵਿੱਚ ਜਿਹੜੇ ਨੇ ਉਹ 30-35 ਨੇ। ਹਾਲਾਂਕਿ ਬਹੁਤ ਸਾਰੇ ਫੌਂਟ ਹੋਰ ਵੀ ਬਣ ਚੁੱਕੇ ਨੇ, ਜਿਵੇਂ ਨੋਟੋ ਗੂਗਲ ਦਾ ਫੌਂਟ ਹੈ,
ਨੋਟੋ ਗੁਰਮੁਖੀ। ਸੋ ਇਹ ਵੀ ਫੌਂਟ ਹੈ। ਜੇ ਫੌਂਟ ਹੋਰ ਦੇਖਣੇ ਨੇ, ਫੌਂਟ ਵਾਲਾ ਬਕਸਾ ਖੋਲ੍ਹ ਕੇ ਅਸੀਂ ਅੰਦਰ ਜਾ ਸਕਦੇ ਹਾਂ। ਇਸ ਬਕਸੇ ਦੇ ਵਿੱਚ ਸਾਨੂੰ ਫੌਂਟ ਹੇਠਾਂ ਵਾਲੇ ਇਸ ਲਿੰਕ ਦੇ ਉੱਤੇ ਸਾਨੂੰ ਮਿਲ ਜਾਣਗੇ। ਫੌਂਟਸ ਇੱਥੇ ਬਹੁਤ ਸਾਰੇ ਆਲਰੇਡੀ ਪੰਜਾਬੀ ਦੇ ਯੂਨੀਕੋਡ ਫੌਂਟ ਨੇ। ਇੱਥੋਂ ਸਿਲੈਕਟ ਕਰਕੇ ਵੀ ਤੁਸੀਂ ਫੌਂਟ ਜਿਹੜੇ ਨੇ ਉਹ ਚੂਜ਼ ਕਰ ਸਕਦੇ ਹੋ। ਸਕਲ ਭਾਰਤੀ ਪੰਜਾਬੀ ਤੋਂ ਕਲਿੱਕ ਕੀਤਾ, ਓਕੇ ਕੀਤਾ, ਦੇਖੋ ਸਕਲ ਭਾਰਤੀ ਦੀ ਜਿਹੜੀ ਹੈ ਸ਼ੇਪ ਹੈ ਉਹ ਬਦਲ ਗਈ। ਸੋ ਇਹ ਗੱਲ ਮੈਂ ਤੁਹਾਨੂੰ ਤਾਂ ਸਮਝਾ ਰਿਹਾ ਕਿ ਬਹੁਤ ਵੱਡਾ ਬੈਨੀਫਿਟ ਹੈ ਕਿ ਤੁਸੀਂ ਅਲੱਗ-ਅਲੱਗ ਸ਼ੇਪਸ ਵਾਲਾ ਮੈਟਰ ਜਿਹੜਾ ਹੈ ਉਹ ਟਾਈਪ ਕਰ ਸਕਦੇ ਹੋ। ਮਸਲਨ ਕੋਈ ਤੁਸੀਂ ਰਿਸਰਚ ਪੇਪਰ ਲਿਖ ਰਹੇ ਹੋ ਅਤੇ ਉਸ ਰਿਸਰਚ ਪੇਪਰ ਦੇ ਹੈਡਿੰਗ ਤੁਸੀਂ ਅਲੱਗ ਫੌਂਟ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਕੋਈ ਦਿੱਕਤ ਨਹੀਂ, ਇੱਕ ਕਮਾਂਡ ਦੇ ਨਾਲ ਉਹਦੇ ਤੁਸੀਂ ਹੈਡਿੰਗ ਚੇਂਜ ਕਰ ਲਓਗੇ, ਅੱਖਰ ਨਹੀਂ ਬਦਲਣਗੇ। ਅਗਲੀ ਸਾਡੇ ਕੋਲ ਪਹਿਲੀ ਐਕਸਰਸਾਈਜ਼ ਦੀ ਕਮਾਂਡ ਹੈ ਕਿ ਇੱਕ ਲਿਸਟ ਬਣਾਉਣੀ ਹੈ। ਅਸੀਂ ਉਹ ਲਿਸਟ ਬਣਾ ਲਈ ਹੈ। ਲਿਸਟ ਨੂੰ ਕਰ ਲਿਆ ਸਿਲੈਕਟ। ਇਹਨੂੰ ਅਸੀਂ ਸੌਰਟ ਕਰਦੇ ਹਾਂ। ਹੋਮ ਬਟਨ ਦੇ ਉੱਤੇ ਜਾ ਕੇ ਸੌਰਟ, ਅਲਫਾਬੈਟ ਸੌਰਟ ਕਰਨੇ ਨੇ, ਕਲਿੱਕ ਕੀਤਾ। ਸੌਰਟ ਕਿਸ ਆਰਡਰ ਵਿੱਚ ਕਰਨੇ ਨੇ, ਅਸੈਂਡਿੰਗ ਕਰਨੇ ਨੇ ਜਾਂ ਡਿਸੈਂਡਿੰਗ ਕਰਨੇ ਨੇ। ਤਾਂ ਮੈਂ ਅਸੈਂਡਿੰਗ ਕਰਨਾ ਚਾਹਾਂਗਾ। ਵੱਧਦੇ ਕ੍ਰਮਵਾਰ ਯਾਨੀ ਕਿ ਊੜੇ ਵਾਲੇ ਅੱਖਰ ਪਹਿਲਾਂ ਆਉਣਗੇ, ਫਿਰ ਬਾਅਦ ਵਿੱਚ ਦੂਸਰੇ। ਓਕੇ ਕੀਤਾ ਤਾਂ ਤੁਸੀਂ ਦੇਖੋਗੇ ਕਿ ਐੜਾ ਪਹਿਲਾਂ ਆ ਗਿਆ, ਫਿਰ ਸੱਸਾ ਆ ਗਿਆ। ਸੱਸੇ ਵਾਲੇ ਅੱਖਰ ਦੋ ਸੀ, ਸਾਡੀ, ਸਾਨੂੰ। ਸੋ ਸੱਸੇ ਤੱਕ ਕੰਨੇ ਤੱਕ ਬਰਾਬਰ ਨੇ, ਇਕੁਅਲ ਨੇ ਸਾਰੇ। ਡੱਡਾ ਪਹਿਲਾਂ ਆਉਂਦਾ ਡਿਕਸ਼ਨਰੀ ਦੇ ਵਿੱਚ, ਨੰਨਾ ਬਾਅਦ ਵਿੱਚ ਆਉਂਦਾ। ਅੱਗੇ ਆ ਗਿਆ, ਦੋ ਵਾਰੀ ਹੈ ਆ ਗਿਆ, ਫਿਰ ਤੇ, ਫਿਰ ਬਹੁਤ ਤੋਂ ਬਾਅਦ ਬੋਲੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਅੱਖਰ ਜਿਹੜੇ ਨੇ ਉਹ ਸੌਰਟ ਹੋ ਗਏ ਨੇ। ਇਹਦਾ ਐਪਲੀਕੇਸ਼ਨ ਇਹ ਹੈ ਕਿ ਜਦੋਂ ਤੁਸੀਂ ਆਪਣੇ ਰਿਸਰਚ ਪੇਪਰ ਜਾਂ ਆਪਣੇ ਥੀਸਿਸ ਦੇ ਮਗਰ ਕੋਈ ਰੈਫਰੈਂਸਿਸ ਦੇਣੇ ਨੇ, ਹਵਾਲੇ ਦੇਣੇ ਨੇ, ਤਾਂ ਉਹਨਾਂ ਨਾਵਾਂ ਨੂੰ ਤੁਸੀਂ ਇੱਕ ਕਮਾਂਡ ਦੇ ਨਾਲ ਹੀ ਸੌਰਟ ਕਰ ਸਕਦੇ ਹੋ ਜੇ ਉਹ ਯੂਨੀਕੋਡ ਪੰਜਾਬੀ ਦੇ ਵਿੱਚ ਟਾਈਪ ਕੀਤੇ ਹੋਏ ਨੇ ਤਾਂ। ਠੀਕ ਹੈ ਜੀ। ਸੋ ਸੈਕਿੰਡ ਐਕਸਰਸਾਈਜ਼ ਲੈਂਦੇ ਹਾਂ ਅਸੀਂ। ਸੈਕਿੰਡ ਐਕਸਰਸਾਈਜ਼ ਸਰ ਰਿਪੀਟ ਕਰਿਓ ਸਰ ਇਹਨੂੰ ਇੱਕ ਵਾਰ ਪਲੀਜ਼। ਮੈਂ ਕਹਿ ਰਿਹਾ ਸੀ ਕਿ ਜਿਹੜੀ ਸੌਰਟ ਕਮਾਂਡ ਸਿਰਫ ਅੰਗਰੇਜ਼ੀ ਦੇ ਵਿੱਚ ਤੁਸੀਂ ਹੁਣ ਤੱਕ ਵਰਤਦੇ ਸੀ, ਪਰ ਇਸ ਕਮਾਂਡ ਦੀ ਵਰਤੋਂ ਪੰਜਾਬੀ ਵਿੱਚ ਵੀ ਕੀਤੀ ਜਾ ਸਕਦੀ ਹੈ, ਪਰ ਸ਼ਰਤ ਇਹ ਹੈ ਕਿ ਪੰਜਾਬੀ ਦਾ ਮੈਟਰ ਯੂਨੀਕੋਡ ਵਾਲੇ ਕਿਸੇ ਵੀ ਫੌਂਟ ਵਿੱਚ ਹੋਵੇ। ਔਰ ਇਹਦੀ ਐਪਲੀਕੇਸ਼ਨ ਇਹ ਹੈ ਰਿਸਰਚਰਸ ਦੇ ਲਈ ਕਿ ਤੁਸੀਂ ਆਪਣੇ ਰਿਸਰਚ ਪੇਪਰ ਜਾਂ ਥੀਸਿਸ ਦੇ ਵਿੱਚ ਜਿਹੜੇ ਰੈਫਰੈਂਸਿਸ ਦਿੰਦੇ ਹੋ, ਜੇ ਉਹ ਰੈਫਰੈਂਸਿਸ ਪੰਜਾਬੀ ਦੇ ਵਿੱਚ ਯੂਨੀਕੋਡ ਵਿੱਚ ਲਿਖੇ ਹੋਏ ਨੇ ਤਾਂ ਮੈਨੂਅਲੀ ਉਹਨਾਂ ਨੂੰ ਅਲਫਾਬੈਟੀਕਲੀ ਕਰਨ ਦੀ ਲੋੜ ਨਹੀਂ। ਉਹਦੇ ਉੱਤੇ ਕਮਾਂਡ ਲਗਾਓ ਔਰ ਆਪਣੇ ਆਪ ਅਲਫਾਬੈਟੀਕਲੀ ਹੋ ਜਾਣਗੇ। ਸਰ ਹਿੰਦੀ ਦੇ ਵਿੱਚ ਵੀ ਇੰਪਲੀਮੈਂਟ ਹੋ ਸਕਦਾ ਹੈ? ਬਿਲਕੁਲ, ਹਿੰਦੀ ਦੇ ਵਿੱਚ ਵੀ। ਔਰ ਯਾਦ ਰੱਖਣਾ ਹੈ ਪੰਜਾਬੀ ਦਾ ਯੂਨੀਕੋਡ ਫੌਂਟ ਰਾਵੀ ਹੈ, ਹਿੰਦੀ ਦਾ ਯੂਨੀਕੋਡ ਫੌਂਟ ਹੈ ਜੀ ਮੰਗਲ। ਮੰਗਲ। ਹਾਂਜੀ। ਔਰ ਹਿੰਦੀ ਦਾ ਦੂਸਰਾ ਯੂਨੀਕੋਡ ਫੌਂਟ ਹੈ ਜੀ ਏਰੀਅਲ ਯੂਨੀਕੋਡ। ਏਰੀਅਲ ਯੂਨੀਕੋਡ ਬਹੁਤ ਸਾਰੀਆਂ ਭਾਸ਼ਾਵਾਂ ਦਾ ਹੈ। ਔਰ ਇਸੇ ਤਰ੍ਹਾਂ ਨਿਰਮਲਾ ਦੇ ਵਿੱਚ ਵੀ ਹਿੰਦੀ ਹੈ, 7 ਭਾਸ਼ਾਵਾਂ ਕਵਰ ਕਰਦਾ ਹੈ ਨਿਰਮਲਾ। ਸੋ ਦੂਸਰੀ ਐਕਸਰਸਾਈਜ਼ ਹੈ ਜੀ ਲੈਬ ਅਭਿਆਸ 2। ਡੈਸਕਟਾਪ 'ਤੇ ਇੱਕ ਫੋਲਡਰ ਬਣਾਉਣਾ ਹੈ, ਉਸ ਦਾ ਨਾਮ ਰੱਖਣਾ ਹੈ ਪੰਜਾਬੀ ਕੰਪਿਊਟਰ। ਡੈਸਕਟਾਪ 'ਤੇ ਗਿਆ ਮੈਂ, ਇੱਥੇ ਇੱਕ ਫੋਲਡਰ ਬਣਾਉਣਾ ਹੈ, ਪੰਜਾਬੀ ਕੰਪਿਊਟਰ ਨਾਮ ਰੱਖਣਾ ਹੈ। ਫੋਲਡਰ ਬਣਾਉਣ ਦੇ ਲਈ ਕਿਸੇ ਵੀ ਖਾਲੀ ਥਾਂ ਦੇ ਉੱਤੇ ਰਾਈਟ ਕਲਿੱਕ ਕੀਤਾ। ਰਾਈਟ ਕਲਿੱਕ ਕਰਨ ਤੋਂ ਬਾਅਦ ਨਿਊ ਦੇ ਵਿੱਚ ਗਿਆ। ਉੱਪਰ ਟੌਪ 'ਤੇ ਪੀਲੇ ਅੱਖਰ ਦੇ ਵਿੱਚ ਨਜ਼ਰ ਆ ਰਿਹਾ ਫੋਲਡਰ, ਇੱਥੇ ਕਲਿੱਕ ਕਰ ਦਿੱਤਾ। ਹਾਈਲਾਈਟ ਹੋਇਆ ਹੋਇਆ ਨਾਮ ਮਿਲ ਗਿਆ। ਤਾਂ ਇੱਥੇ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਪੰਜਾਬੀ ਦਾ ਕੀਬੋਰਡ ਤੁਹਾਡਾ ਚੱਲਦਾ ਹੋਵੇ। ਦੇਖੋ ਇੱਥੇ ਕੇ ਪੈ ਗਿਆ, ਇਹਦਾ ਮਤਲਬ ਪੰਜਾਬੀ ਦਾ ਕੀਬੋਰਡ ਨਹੀਂ ਚੱਲਦਾ। ਇਹਨੂੰ ਡਿਲੀਟ ਕੀਤਾ, ਆਲਟ ਸ਼ਿਫਟ ਪਾਇਆ, ਤਾਂ ਇੱਥੇ ਮੈਂ ਲਿਖਿਆ ਪੰਜਾਬੀ ਕੰਪਿਊਟਰ। ਸੋ ਪੰਜਾਬੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਫੋਲਡਰ ਦਾ ਨਾਮ ਰੱਖ ਸਕਦੇ ਹੋ। ਰਿਪੀਟ ਕਰ ਰਹੇ ਹਾਂ, ਖਾਲੀ ਥਾਂ ਦੇ ਉੱਤੇ ਰਾਈਟ ਕਲਿੱਕ, ਨਿਊ 'ਤੇ ਗਿਆ, ਫੋਲਡਰ 'ਤੇ ਗਿਆ, ਪੰਜਾਬੀ ਦੇ ਵਿੱਚ ਨਾਮ ਰੱਖ ਲਿਆ। ਨਾਮ ਰੱਖਣ ਤੋਂ ਪਹਿਲਾਂ ਕੀਬੋਰਡ ਪੰਜਾਬੀ ਵਾਲਾ ਚੂਜ਼ ਕਰ ਲੈਣਾ ਹੈ। ਇੰਸਟਾਲ ਕੀਤਾ ਹੋਏਗਾ ਤਾਂ ਚੂਜ਼ ਕਰੋਗੇ। ਸੋ ਇਸੇ ਤਰ੍ਹਾਂ ਤੁਸੀਂ ਕਿਸੇ ਫਾਈਲ ਦਾ ਨਾਮ ਵੀ ਪੰਜਾਬੀ ਦੇ ਵਿੱਚ ਰੱਖ ਸਕਦੇ ਹੋ। ਜਿਹੜੀ ਫਾਈਲ ਮੈਂ ਇੱਥੇ ਬਣਾਈ ਸੀ ਵਰਡ ਦੀ, ਇਹਦਾ ਨਾਮ ਮੈਂ ਪੰਜਾਬੀ 'ਚ ਰੱਖਣਾ ਹੈ। ਤਾਂ ਮੈਂ ਫਾਈਲ ਨੂੰ ਸੇਵ ਕਰਾਂਗਾ। ਸੇਵ ਜਦੋਂ ਕਰਾਂਗਾ ਤਾਂ ਮੰਨ ਲਵੋ ਬਰਾਊਜ਼ ਦੇ ਵਿੱਚ ਜਾ ਕੇ ਮੈਂ ਇਸ ਨੂੰ ਸੇਵ ਕਰ ਰਿਹਾ ਡਾਕੂਮੈਂਟ ਦੇ ਵਿੱਚ, ਤਾਂ ਇੱਥੇ ਮੈਂ ਫਾਈਲ ਦਾ ਨਾਮ ਵੀ ਆਪਣੇ ਕੋਲੋਂ ਲਿਖ ਸਕਦਾ। ਮੈਂ ਇੱਥੇ ਲਿਖਿਆ CP ਕੰਬੋਜ, ਜਾਂ ਮੈਂ ਲਿਖਿਆ ਸੌਰਟ, ਫਾਈਲ ਨੂੰ ਸੌਰਟ ਕਰ ਰਿਹਾ, ਜਾਂ ਮੈਂ ਅੰਗਰੇਜ਼ੀ 'ਚ ਲਿਖਣਾ ਹੈ ਤਾਂ SORT ਹੀ ਲਿਖ ਦਾਂਗਾ। ਸੋ ਪੰਜਾਬੀ 'ਚ ਲਿਖਣਾ ਜਾਂ ਅੰਗਰੇਜ਼ੀ 'ਚ ਲਿਖਣਾ ਸਿਰਫ ਇੰਨਾ ਕੁ ਕੰਮ ਕਰਨਾ ਹੈ, ਆਲਟ ਸ਼ਿਫਟ ਬਸ। ਸੋ ਨਾਮ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਲਿਖਿਆ ਜਾਊਗਾ। ਅਗਲਾ ਜਿਹੜਾ ਐਕਸਪੈਰੀਮੈਂਟ ਨੰਬਰ 3 ਹੈ,
ਅਗਲੇ ਐਕਸਪੈਰੀਮੈਂਟ ਦੇ ਵਿੱਚ ਅਸੀਂ ਕੀ ਕਰਨਾ ਹੈ, ਪੰਜਾਬੀ ਦੇ ਵਿੱਚ ਕਿਸੇ ਰਵਾਇਤੀ ਫੌਂਟ ਦੇ ਵਿੱਚ ਇੱਕ ਪੈਰਾ ਟਾਈਪ ਕਰਨਾ ਹੈ ਤੇ ਉਸ ਨੂੰ ਕਿਸੇ ਫੌਂਟ ਕਨਵਰਟਰ ਪ੍ਰੋਗਰਾਮ ਦੇ ਰਾਹੀਂ ਯੂਨੀਕੋਡ ਦੇ ਵਿੱਚ ਬਦਲਣ ਦਾ ਕਰਨਾ ਹੈ ਅਸੀਂ ਅਭਿਆਸ। ਸੋ ਬਹੁਤ ਸੌਖਾ ਹੈ, ਤੁਸੀਂ ਆਪ ਨਹੀਂ ਕਰ ਸਕਦੇ ਅਨਮੋਲ ਲਿਪੀ ਦੇ ਵਿੱਚ ਟਾਈਪ, ਤਾਂ ਮੈਂ ਤੁਹਾਨੂੰ ਇੱਕ ਪੈਰਾ ਲਿਖ ਕੇ ਦੇ ਦਿੰਦਾ, ਉਸ ਨੂੰ ਤੁਸੀਂ ਕਨਵਰਟ ਕਰਨ ਦਾ ਅਭਿਆਸ ਕਰਨਾ ਹੈ। ਅਨਮੋਲ ਲਿਪੀ ਮੈਂ ਫੌਂਟ ਲਗਾਇਆ, ਇੱਥੇ ਮੈਂ ਕੁਝ ਟਾਈਪ ਕਰ ਰਿਹਾ ਅਨਮੋਲ ਲਿਪੀ ਦੇ ਵਿੱਚ, ਠੀਕ ਹੈ ਜੀ। ਮੈਂ ਅਨਮੋਲ ਲਿਪੀ ਫੌਂਟ ਵਿੱਚ ਟਾਈਪ ਕਰ ਰਿਹਾ ਹਾਂ। ਮੇਰੀ ਸਪੀਡ ਘੱਟ ਰਹੀ ਹੈ, ਕਾਰਨ ਇਹ ਹੈ ਕਿ ਜਦੋਂ ਅਨਮੋਲ ਲਿਪੀ 'ਚ ਟਾਈਪ ਕਰਦੇ ਹਾਂ ਅਸੀਂ, ਤਾਂ ਉਹਦੀ ਜਿਹੜੀ ਸਿਆਰੀ ਹੈ ਉਹ ਪਹਿਲਾਂ ਹੀ ਪਾਉਣੀ ਪੈਂਦੀ ਹੈ। ਜਿਵੇਂ ਸ਼ਬਦ ਮੈਂ ਪਾਇਆ ਵਿੱਚ, ਤਾਂ ਸਿਆਰੀ ਪਹਿਲਾਂ ਪਾਵਾਂਗਾ, ਫਿਰ ਵਊਆ ਪਾਵਾਂਗਾ, ਫਿਰ ਚੱਚਾ ਪਾਵਾਂਗਾ। ਪਰ ਜਿਹੜੇ ਤੁਸੀਂ ਯੂਨੀਕੋਡ ਵਾਲੇ ਤਰੀਕੇ ਨਾਲ ਜਦੋਂ ਟਾਈਪ ਕਰੋਗੇ ਤਾਂ ਯਾਦ ਰੱਖਣਾ ਹੈ ਕਿ ਉੱਥੇ ਸਟੈਂਡਰਡ ਨਿਯਮ ਲਾਗੂ ਹੁੰਦੇ ਨੇ। ਉੱਥੇ ਵਊਏ ਨੂੰ ਜਦੋਂ ਸਿਆਰੀ ਪਾਣੀ ਹੈ, ਉਹ ਸਿਆਰੀ ਬਾਅਦ ਵਿੱਚ ਪਾਣੀ ਹੈ, ਉਹ ਆਪਣੇ ਆਪ ਫਿੱਟ ਹੋ ਜਾਏਗੀ, ਆਪਣੇ ਆਪ ਉਹਦੇ ਸ਼ੁਰੂ ਦੇ ਵਿੱਚ ਚਲੀ ਜਾਏਗੀ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਔਰ ਯੂਨੀਕੋਡ ਦੇ ਵਿੱਚ ਇੱਕ ਤਾਂ ਸਿਆਰੀ ਲਗਾਉਣ ਦੀ ਤੁਹਾਨੂੰ ਦਿੱਕਤ ਆਏਗੀ, ਜੇ ਨਹੀਂ ਪਤਾ ਤਾਂ ਤੁਸੀਂ ਪਰੇਸ਼ਾਨ ਹੋਵੋਗੇ। ਉਹਦੇ ਵਿੱਚ ਯਾਦ ਰੱਖਣਾ ਸਿਆਰੀ ਹਮੇਸ਼ਾ ਬਾਅਦ ਵਿੱਚ ਲਗਾਉਣੀ ਹੈ, ਪਹਿਲਾਂ ਵਊਆ ਲਗਾਉਣਾ ਹੈ, ਫਿਰ ਸਿਆਰੀ ਲਗਾਉਣੀ ਹੈ। ਆਪਣੇ ਆਪ ਸਿਆਰੀ ਉੱਥੇ ਸ਼ਿਫਟ ਹੋ ਜਾਏਗੀ, ਸ਼ੁਰੂ ਦੇ ਵਿੱਚ ਆ ਜਾਏਗੀ। ਦੂਸਰਾ ਹੈ ਕਿ ਜਦੋਂ ਤੁਸੀਂ ਐੜਾ ਜਾਂ ਊੜਾ ਐੜਾ ਤੇ ਈੜੀ ਪਾਉਣ ਦਾ ਯਤਨ ਕਰੋਗੇ, ਉਹ ਸ਼ੋ ਨਹੀਂ ਹੋਣਗੇ, ਕਿਉਂਕਿ ਇਹ 3 ਵਾਵਲ ਨੇ ਪੰਜਾਬੀ ਦੇ। ਇਹ ਵਾਵਲ ਉਦੋਂ ਨਜ਼ਰ ਆਉਣਗੇ ਜਦੋਂ ਇਹਦੇ ਨਾਲ ਕੋਈ ਅਗਲੀ ਲਗਾ ਮਾਤਰਾ ਆਪਾਂ ਲਗਾਵਾਂਗੇ। ਜੇ ਇਕੱਲਾ ਅੱਖਰ ਤੁਸੀਂ ਊੜਾ ਪਾਉਣਾ ਵੀ ਹੋਵੇ ਤਾਂ ਜਿੰਨੀ ਦੇਰ ਤੱਕ ਸਪੇਸ ਨਹੀਂ ਦੱਬੋਗੇ ਊੜਾ ਨਜ਼ਰ ਨਹੀਂ ਆਊਗਾ। ਇਸੇ ਤਰ੍ਹਾਂ ਊੜੇ ਨੂੰ ਔਂਕੜ ਪਾਓਗੇ ਤਾਂ ਊੜਾ ਉਦੋਂ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਯੂਨੀਕੋਡ ਦੇ ਵਿੱਚ ਟਾਈਪ ਕਰਨ ਦਾ ਅਗਲਾ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਗਲਤ ਲਗਾ ਮਾਤਰਾਵਾਂ ਨਹੀਂ ਪਾ ਸਕਦੇ। ਮੈਂ ਅਨਮੋਲ ਦੇ ਵਿੱਚ ਬੈਠਾ, ਅਨਮੋਲ ਦੇ ਵਿੱਚ ਮੈਂ ਊੜੇ ਨੂੰ ਹੋੜਾ ਵੀ ਪਾ ਸਕਦਾ, ਕਨੋੜਾ ਵੀ ਪਾ ਸਕਦਾ, ਟਿੱਪੀ ਵੀ ਪਾ ਸਕਦਾ। ਦੇਖ ਰਹੇ ਹੋ ਨਾ, ਸਾਰਾ ਕੁਝ ਪਾਈ ਜਾ ਰਿਹਾ। ਔਂਕੜ ਤਾਂ ਪੈਂਦਾ ਹੀ ਹੈ, ਦੁਲੈਂਕੜ ਵੀ ਪਾ ਸਕਦਾ। ਪਰ ਜਦੋਂ ਯੂਨੀਕੋਡ ਦੇ ਵਿੱਚ ਕੰਮ ਕਰ ਰਹੇ ਹੋਗੇ, ਉਦੋਂ ਊੜੇ ਦੇ ਨਾਲ ਜਿਹੜੇ ਸਟੈਂਡਰਡ ਲਗਾ ਮਾਤਰਾ ਲੱਗਦੀ ਸਿਰਫ ਉਹੀ ਲੱਗੇਗੀ, ਫਾਲਤੂ ਨਹੀਂ ਲੱਗੇਗੀ। ਮੈਂ ਮੰਨ ਲਓ ਅਨਮੋਲ ਲਿਪੀ ਤੋਂ ਯੂਨੀਕੋਡ ਵਿੱਚ ਚੱਲ ਗਿਆ, ਇੱਥੇ ਮੈਂ ਊੜਾ ਪਾਇਆ, ਊੜਾ ਨਜ਼ਰ ਨਹੀਂ ਆਇਆ, ਦੇਖਣ ਦੇ ਲਈ ਸਪੇਸ ਦੱਬਾਂਗਾ, ਊੜਾ ਪੈ ਗਿਆ। ਹੁਣ ਮੈਂ ਇੱਥੇ ਹੋੜਾ ਪਾਉਣ ਦਾ ਜੇ ਯਤਨ ਕਰਾਂ ਤਾਂ ਹੋੜਾ ਜਿਹੜਾ ਹੈ, ਊੜੇ ਨੂੰ ਕਨੋੜਾ ਜਿਹੜਾ ਹੈ ਉਹ ਇੱਥੇ ਪੈ ਰਿਹਾ, ਕਿਉਂਕਿ ਅਨਮੋਲ ਲਿਪੀ ਹੈ, ਔਂਕੜ ਵੀ ਪੈ ਰਿਹਾ। ਹੁਣ ਮੈਂ ਜਦੋਂ ਯੂਨੀਕੋਡ ਦੇ ਵਿੱਚ ਚਲਾ ਗਿਆ ਤੇ ਔਂਕੜ ਜਦੋਂ ਊੜੇ ਨੂੰ ਪਾਵਾਂਗਾ, ਔਂਕੜ ਇਹਦੇ ਨਾਲ ਟੁੱਟ ਜਾਏਗਾ। ਕਾਰਨ ਇਹ ਹੈ ਕਿ ਔਂਕੜ ਜਦੋਂ ਪਾਉਣਾ ਸੀ ਉਹ ਸਪੇਸ ਤੋਂ ਪਹਿਲਾਂ ਹੀ ਪਾਉਣਾ ਸੀ। ਅਸੀਂ ਊੜਾ ਜਦੋਂ ਦੱਬਿਆ, ਊੜੇ ਤੋਂ ਬਾਅਦ ਸਪੇਸ ਦੱਬੇ ਤੋਂ ਪਹਿਲਾਂ ਅਸੀਂ ਉਹਦੀ ਲਗਾ ਮਾਤਰਾ ਪਾ ਲਾਂਗੇ ਤਾਂ ਨਜ਼ਰ ਆਊਗਾ, ਅਦਰਵਾਈਜ਼ ਨਹੀਂ। ਸੋ ਸਿੰਪਲ ਸਧਾਰਨ ਭਾਸ਼ਾ 'ਚ ਦੱਸਣਾ ਹੋਵੇ ਤੇ ਊੜਾ ਪਾਇਆ ਇਹ ਤੋਂ, ਔਰ ਫਿਰ ਮੈਂ ਔਂਕੜ ਵਾਲਾ ਨਿਸ਼ਾਨ ਵੀ ਨਾਲ ਦੀ ਨਾਲ ਦੱਬ ਦਿੱਤਾ। ਤੋ ਊੜਾ ਜਿਹੜਾ ਔਂਕੜ ਸਮੇਤ ਸਾਨੂੰ ਨਜ਼ਰ ਆਏਗਾ, ਕੱਲੇ ਦੀ ਵੇਟ ਨਹੀਂ ਕਰਨੀ, ਕਿਉਂਕਿ ਊੜਾ ਜਿਹੜਾ ਹੈ ਉਹ ਵਾਵਲ ਹੈ, ਉਹ ਕੱਲਾ ਨਜ਼ਰ ਨਹੀਂ ਆਏਗਾ। ਤੋ ਗਲਤ ਲਗਾ ਮਾਤਰਾਵਾਂ ਅਸੀਂ ਇਹਦੇ ਵਿੱਚ ਨਹੀਂ ਪਾ ਸਕਦੇ। ਜਿਵੇਂ ਤੁਸੀਂ ਲਿਖਣਾ ਹੈ ਪ੍ਰਕਾਰ, ਤੇ ਪੱਪੇ ਦੇ ਪੈਰ ਦੇ ਵਿੱਚ ਰਾਰਾ ਉੱਤੇ ਟਿੱਪੀ ਪਾ ਦਿੰਦੇ ਹੋ, 2 ਲਗਾ ਮਾਤਰਾਵਾਂ ਹੋ ਗਈਆਂ। ਇੱਕ ਮਾਤਰਾ ਤੁਸੀਂ ਹੋਰ ਪਾਉਣਾ ਚਾਹੁੰਦੇ ਹੋ ਆਪਣੇ ਕੋਲੋਂ, ਮੰਨ ਲਓ ਸਿਆਰੀ ਪਾਉਣਾ ਚਾਹੁੰਦੇ ਹੋ ਤਾਂ ਸਿਆਰੀ ਨਹੀਂ ਪਏਗੀ। ਜਦੋਂ ਇਹ ਹਲੰਤ ਗੋਲ ਗੋਲ ਜਾਂ ਆਂਡਾ ਜਿਹਾ ਆ ਜਾਂਦਾ ਤੇ ਇਹਦਾ ਮਤਲਬ ਹੈ ਕਿ ਤੁਸੀਂ ਕਿਤੇ ਗਲਤ ਕਰ ਰਹੇ ਹੋ ਟਾਈਪਿੰਗ। ਸੋ ਇਹ ਸਾਡੇ ਜਿਹੜੀਆਂ ਸਪੈਲਿੰਗਸ ਨੂੰ ਵੀ ਸੁਧਾਰਨ ਦੇ ਵਿੱਚ ਮਦਦ ਕਰੇਗੀ ਜੇ ਅਸੀਂ ਯੂਨੀਕੋਡ ਦੇ ਵਿੱਚ ਟਾਈਪ ਕਰਾਂਗੇ ਤਾਂ। ਅਨਮੋਲ ਵਿੱਚ, ਅਸੀਸ ਵਿੱਚ ਜੋ ਮਰਜ਼ੀ ਪਾਈ ਜੋ, ਉਹਨੂੰ ਕੋਈ ਅਸਰ ਨਹੀਂ, ਪਰ ਯੂਨੀਕੋਡ ਦੇ ਵਿੱਚ ਉਹ ਅੱਖਰ ਹੀ ਪੈਣਗੇ ਜਿਹੜੇ ਸਟੈਂਡਰਡ ਨੇ, ਜਿਹੜੇ ਪੈਣੇ ਚਾਹੀਦੇ ਨੇ। ਸੋ ਮੈਂ ਇੱਥੇ ਲਿਖਿਆ ਮੈਂ ਅਨਮੋਲ ਲਿਪੀ ਫੌਂਟ ਵਿੱਚ ਟਾਈਪ ਕਰ ਰਿਹਾ ਹਾਂ, ਬਸ ਇੰਨੀ ਲਾਈਨ ਮੈਂ ਲਿਖੀ ਹੈ। ਇਸ ਲਾਈਨ ਨੂੰ ਮੈਂ ਯੂਨੀਕੋਡ ਵਿੱਚ ਟਾਈਪ ਕਰਨਾ ਹੈ। ਇਹ ਹੈ ਮੇਰੇ ਕੋਲ ਅਨਮੋਲ ਲਿਪੀ ਵਿੱਚ, ਔਰ ਯਾਦ ਰੱਖਣਾ ਹੈ ਕਿ ਜਦੋਂ ਮੈਂ ਦੂਜੇ ਕੰਪਿਊਟਰ 'ਤੇ ਇਹਨੂੰ ਭੇਜਾਂਗਾ, ਗੂਗਲ ਕਰਾਂਗਾ ਜਾਂ ਈਮੇਲ ਕਰਾਂਗਾ, ਤਾਂ ਇਹਦੇ ਅੱਖਰ ਸਾਨੂੰ ਇਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਨਜ਼ਰ ਆਉਣਗੇ। ਠੀਕ ਹੈ ਜੀ, ਤੁਹਾਨੂੰ ਅਕਸਰ ਇਹ ਪ੍ਰੋਬਲਮ ਆਈ ਹੋਣੀ ਪਹਿਲਾਂ ਵੀ, ਔਰ ਅੰਗਰੇਜ਼ੀ ਦੇ ਵਿੱਚ ਜਦੋਂ ਨਜ਼ਰ ਆਉਂਦੇ ਨੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਿ ਇਹ ਕੀ ਹੋ ਰਿਹਾ। ਇਹੀ ਮੈਟਰ ਸੇਮ ਮੈਂ ਤੁਹਾਡੇ ਜਿਹੜਾ ਗੂਗਲ ਮੀਟ ਦੇ ਉੱਥੇ ਪਾ ਰਿਹਾ। ਗੂਗਲ ਮੀਟ ਦੇ ਵਿੱਚ ਸਾਡੇ ਕੋਲ ਜਿਹੜਾ ਚੈਟ ਬਾਕਸ ਹੈ ਉੱਥੇ ਪਾ ਰਿਹਾ ਇਹ ਵਾਲੀ ਲਾਈਨ ਜਿਹੜੀ ਕਿ ਅਨਮੋਲ ਲਿਪੀ 'ਚ ਲਿਖੀ ਹੋਈ ਸੀ। ਇਸ ਲਾਈਨ ਨੂੰ
ਕਾਪੀ ਕਰਕੇ ਅਸੀਂ ਯੂਨੀਕੋਡ ਦੇ ਵਿੱਚ ਕਨਵਰਟ ਕਰਨਾ ਹੈ। ਤਾਂ ਬਹੁਤ ਈਜ਼ੀ ਹੈ। ਯੂਨੀਕੋਡ ਦੇ ਵਿੱਚ ਕਨਵਰਟ ਕਰਨ ਦੇ ਲਈ ਸਾਡੇ ਕੋਲ ਸੌਫਟਵੇਅਰ ਕੋਈ ਨਾ ਕੋਈ ਫੌਂਟ ਕਨਵਰਟਰ ਹੋਣਾ ਚਾਹੀਦਾ ਹੈ। ਤਾਂ ਫੌਂਟ ਕਨਵਰਟਰ ਮੇਰੇ ਕੋਲ ਇਸ ਟਾਈਮ ਮੌਜੂਦ ਹੈ ਅੱਖਰ ਸੌਫਟਵੇਅਰ। ਜੇ ਤੁਹਾਡੇ ਕੋਲ ਨਹੀਂ ਇੰਸਟਾਲ ਹੈ ਤਾਂ ਅੱਜ ਹੀ ਇਸ ਨੂੰ ਇੰਸਟਾਲ ਕਰ ਲੈਣਾ ਹੈ। ਮੈਂ ਇੱਥੋਂ ਕਾਪੀ ਕਰਾਂਗਾ ਇਸ ਲਾਈਨ ਨੂੰ, ਕਿਉਂਕਿ ਇਹ ਅਨਮੋਲ ਲਿਪੀ ਵਾਲੀ ਹੈ, ਪਰ ਮੇਰੇ ਕੰਪਿਊਟਰ ਤੇ ਆ ਕੇ ਉਹ ਅੰਗਰੇਜ਼ੀ ਬਣ ਗਈ ਕਿਉਂਕਿ ਪੁਰਾਣੇ ਫੌਂਟਾਂ ਦੀ ਸੀਗੀ। ਮੈਂ ਡੈਸਕਟਾਪ ਤੇ ਜਾ ਕੇ ਅੱਖਰ ਸੌਫਟਵੇਅਰ ਜਿਹੜਾ ਹੈ ਉਹ ਚਲਾ ਲੈਣਾ। ਅੱਖਰ ਸੋ ਅੱਖਰ ਸੌਫਟਵੇਅਰ ਇੱਕ ਪੂਰੇ ਦਾ ਪੂਰਾ ਵਰਡ ਪ੍ਰੋਸੈਸਰ ਹੈ। ਫੌਂਟ ਕਨਵਰਟ ਕਰਨ ਵਾਲੀ ਤਾਂ ਉਹਦੇ ਵਿੱਚ ਇੱਕ ਸੁਵਿਧਾ ਹੈ, ਇਸ ਤਰ੍ਹਾਂ ਦੀਆਂ ਹੋਰ ਬੇਸ਼ੁਮਾਰ ਸੁਵਿਧਾਵਾਂ ਨੇ। ਅੱਖਰ ਸੌਫਟਵੇਅਰ ਇੰਸਟਾਲ ਹੋਣ ਤੋਂ ਬਾਅਦ ਓਪਨ ਕਰੋਗੇ ਤਾਂ ਥੋੜੀ ਜਿਹੀ ਪ੍ਰੋਸੈਸਿੰਗ ਤੇ ਟਾਈਮ ਲਏਗਾ। ਇੱਥੇ ਜਾ ਕੇ ਮੈਂ ਇਹ ਲਾਈਨ ਪੇਸਟ ਕਰ ਦਿੱਤੀ। ਅੱਖਰ ਸੌਫਟਵੇਅਰ ਇੰਨਾ ਸ਼ਕਤੀਸ਼ਾਲੀ ਹੈ ਕਿ ਉਸਨੇ ਕੁਝ ਨਹੀਂ ਤੁਹਾਡੇ ਤੋਂ ਪੁੱਛਣਾ ਕਿ ਕਿਹੜੇ ਫੌਂਟ ਵਿੱਚ ਟਾਈਪ ਕੀਤਾ ਹੈ। ਉਹਨੂੰ ਅੰਗਰੇਜ਼ੀ ਵਿੱਚ ਬਦਲਿਆ ਹੋਇਆ ਮੈਟਰ ਦੇ ਦਿਓ ਤੇ ਕੀ ਕਰਨਾ ਹੈ, ਤੁਸੀਂ ਹੁਣ ਫੌਂਟ ਨੂੰ ਕਨਵਰਟ ਕਰਨਾ ਹੈ। ਕਨਵਰਟ ਕਰਨ ਦੇ ਲਈ ਅੱਖਰ ਦੇ ਵਿੱਚ ਜਦੋਂ ਤੁਸੀਂ ਜਾਓਗੇ MS ਵਰਡ ਤਰ੍ਹਾਂ ਹੀ ਸਕਰੀਨ ਨਜ਼ਰ ਆਏਗੀ। ਇੱਥੇ ਤੁਸੀਂ ਚਲਾ ਜਾਣਾ ਲੈਂਗੁਏਜ ਟੂਲਸ ਦੇ ਉੱਤੇ। ਲੈਂਗੁਏਜ ਟੂਲ ਤੇ ਕਲਿੱਕ ਕਰਨ ਤੋਂ ਬਾਅਦ ਦੂਜੇ ਨੰਬਰ ਤੇ ਤੁਹਾਡੇ ਕੋਲ ਬਟਨ ਮਿਲੇਗਾ ਕਨਵਰਟ ਟੂ ਯੂਨੀਕੋਡ। ਕਲਿੱਕ ਕੀਤਾ ਔਰ ਥੱਲੇ ਉਸਨੇ ਫੌਂਟ ਆਇਡੈਂਟੀਫਾਈ ਕਰ ਲਿਆ। ਉਹ ਕਹਿੰਦਾ ਕਿ ਤੁਹਾਡਾ ਜਿਹੜਾ ਫੌਂਟ ਹੈ ਅਮਰ ਬੋਲੀ ਹੈ। ਯਾਦ ਰੱਖਣਾ ਅਨਮੋਲ ਲਿਪੀ 'ਚ ਟਾਈਪ ਕੀਤਾ ਸੀ, ਅਮਰ ਬੋਲੀ ਅਨਮੋਲ ਲਿਪੀ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ। ਕਨਵਰਟ ਦੇ ਉੱਤੇ ਕਲਿੱਕ ਕੀਤਾ ਤਾਂ ਸਾਡਾ ਜਿਹੜਾ ਮੈਟਰ ਹੈ ਉਹ ਯੂਨੀਕੋਡ ਦੇ ਵਿੱਚ ਕਨਵਰਟ ਹੋ ਗਿਆ। ਦੇਖੋ ਇਹਨੂੰ ਚੈੱਕ ਕਰਨਾ ਹੋਵੇ ਵੀ ਫੌਂਟ ਕਿਹੜਾ ਹੈ ਤਾਂ ਤੁਸੀਂ ਇੱਥੇ ਹੀ ਹੋਮ ਦੇ ਵਿੱਚ ਚਲਾ ਜਾਣਾ। ਦੇਖੋ ਰਾਵੀ ਆ ਰਿਹਾ। ਸੋ ਇਹ ਫੌਂਟ ਤੁਸੀਂ ਜਿੱਥੇ ਮਰਜ਼ੀ ਲੈ ਲਓ, ਇਹ ਯੂਨੀਕੋਡ ਫੌਂਟ ਜਿਹੜਾ ਹੈ ਉਹ ਫਿਕਸ ਰਹੇਗਾ, ਕਦੇ ਵੀ ਨਹੀਂ ਚੇਂਜ ਹੋਏਗਾ। ਸੋ ਉਮੀਦ ਹੈ ਕਿ ਫੌਂਟ ਕਨਵਰਟ ਕਰਨ ਵਾਲੀ ਐਕਸਰਸਾਈਜ਼ ਵੀ ਤੁਹਾਨੂੰ ਸਮਝ ਆ ਗਈ ਹੋਣੀ ਹੈ। ਸੋ ਇਸ ਤਰੀਕੇ ਨਾਲ ਫੌਂਟ ਨੂੰ ਕਨਵਰਟ ਕਰ ਲੈਣਾ ਹੈ। ਯੂਨੀਕੋਡ ਜਿਹੜਾ ਫੌਂਟ ਹੈ ਉਹਦੇ ਵਿੱਚ ਕਨਵਰਟ ਕਰਨ ਲਈ ਅੱਖਰ ਸੌਫਟਵੇਅਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਜੇ ਅੱਖਰ ਤੁਸੀਂ ਬਾਅਦ ਵਿੱਚ ਇੰਸਟਾਲ ਕਰਨਾ ਹੈ ਤਾਂ ਇਸ ਲਾਈਨ ਨੂੰ ਕਾਪੀ ਕਰਕੇ ਰੱਖ ਲਓ, ਕਿਉਂਕਿ ਗੂਗਲ ਮੀਟ ਆਪਾਂ ਖਤਮ ਕਰਨ ਚੱਲੇ ਹਾਂ, ਬੰਦ ਕਰਨ ਚੱਲੇ ਹਾਂ, ਕਲਾਸ ਦਾ ਸਮਾਂ ਹੋ ਰਿਹਾ। ਕਾਪੀ ਕਰ ਲਓ ਇਸ ਲਾਈਨ ਨੂੰ MS ਵਰਡ ਦੇ ਵਿੱਚ ਔਰ ਬਾਅਦ ਵਿੱਚ ਤੁਸੀਂ ਅੱਖਰ ਜਦੋਂ ਇੰਸਟਾਲ ਕਰ ਲਓਗੇ ਤਾਂ ਇਹਦਾ ਤੁਸੀਂ ਅਭਿਆਸ ਕਰਨਾ ਹੈ। ਫੌਂਟ ਕਨਵਰਟ ਕਰਨ ਦਾ ਤੁਸੀਂ ਅਭਿਆਸ ਕਰਨਾ ਹੈ।